ਤੁਸੀਂ ਜੁੜੇ ਹੋ ਅੱਖਰ ਦੇ ਨਾਲ। ਮੈਂ ਹਾਂ ਨਵਰੀਤ ਸਿਵੀਆ, ਮੇਰੇ ਨਾਲ ਨੇ ਅਮਨ ਅਰੋੜਾ, ਆਮ ਆਦਮੀ ਪਾਰਟੀ ਦੇ ਵਿਧਾਇਕ ਨੇ। ਤੇ ਹੁਣੀ ਇਜਲਾਸ ਜਿਹੜਾ ਹੋਇਆ ਸੀ, ਇਹਨਾਂ ਨੇ ਵੀ ਕਾਫੀ ਕੁਝ ਆਪਦੇ ਪੱਖ ਜਿਹੜੇ ਰੱਖੇ ਆ। ਅਮਨ ਜੀ ਬਹੁਤ ਬਹੁਤ ਸਵਾਗਤ ਹੈ। ਮਿਹਰਬਾਨੀ, ਧੰਨਵਾਦ ਨਵਰੀਤ ਜੀ, ਤੁਹਾਡਾ ਵੀ ਤੇ ਅੱਖਰ ਚੈਨਲ ਦੇ ਸਾਰੇ ਸਰੋਤਾਵਾਂ ਦਾ ਧੰਨਵਾਦ। ਸਰਕਾਰ ਵਾਈਟ ਪੇਪਰ ਲੈ ਕੇ ਆਈ ਆ। ਬਿਜਲੀ ਬਹੁਤ ਵੱਡਾ ਮੁੱਦਾ ਹੈਗਾ ਵੀ ਆ, ਸੀ ਤੇ ਰਹੂਗਾ ਵੀ, ਕਿਉਂਕਿ ਰੋਜ਼ ਹੀ ਵਰਤਣੀ ਹੁੰਦੀ ਆ। ਤੇ ਇਹਦੇ ਤੇ ਤੁਸੀਂ ਤੁਹਾਡੇ ਇੱਕ ਭਾਸ਼ਣ ਦੇ ਵਿੱਚ ਇੰਟਰਸਟਿੰਗ ਗੱਲ ਸੀ, ਤੁਸੀਂ ਕਿਹਾ ਸੀ ਵੀ ਜਿਹੜੇ ਹੁਣ ਨੇ ਵਿੱਤ ਮੰਤਰੀ, ਜਦੋਂ ਸਮਝੌਤੇ ਹੋਇਆ ਉਦੋਂ ਵੀ ਵਿੱਤ ਮੰਤਰੀ ਉਹੀ ਸੀਗੇ, ਤਾਂ ਮਤਲਬ ਪਰਮਾਨੈਂਟ ਵਿੱਤ ਮੰਤਰੀ ਵਾਲੀ ਗੱਲ ਤੇ ਕਿਵੇਂ ਤੁਹਾਨੂੰ ਲੱਗਦਾ, ਵੀ ਕਿਉਂ ਲੱਗਦਾ ਵੀ ਮਨਪ੍ਰੀਤ ਬਾਦਲ ਨੂੰ ਵੀ ਇਹ ਤੇ ਸਫਾਈ ਦੇਣੀ ਚਾਹੀਦੀ? ਦੇਖੋ ਨਵਰੀਤ ਜੀ, ਇਸ ਤਰ੍ਹਾਂ ਹੈ ਕਿ ਬਿਜਲੀ ਦੇ ਜ਼ਰੀਏ, ਪਾਵਰ ਰਿਫਾਰਮਸ ਦੇ ਜ਼ਰੀਏ ਕਾਂਗਰਸ ਦਾ ਇੱਕ ਐਫਰਟ ਹੈ ਦੁਬਾਰਾ ਪਾਵਰ ਦੇ ਵਿੱਚ ਆਉਣ ਦਾ 2022 ਦੇ ਵਿੱਚ, ਉਹ ਤੋਂ ਇਲਾਵਾ ਕੱਖ ਨਹੀਂ ਹੈਗਾ ਜੀ। ਜਿਹੜੀ ਤੁਸੀਂ ਗੱਲ ਕੀਤੀ ਵਾਈਟ ਪੇਪਰ ਦੀ, ਤੁਸੀਂ ਉਹਨਾਂ ਦਾ 9 ਪੇਜਾਂ ਦਾ ਵਾਈਟ ਪੇਪਰ ਹੈ ਜਿਹੜਾ ਉਹ ਪੜ੍ਹ ਲਿਓ। ਤੇ ਮੇਰਾ ਆਹ ਵਾਈਟ ਪੇਪਰ ਜਿਹੜਾ ਕਿ ਮੈਂ 2020 ਬਜਟ ਸੈਸ਼ਨ ਦੇ ਵਿੱਚ ਹੀ ਰਿਲੀਜ਼ ਕਰਤਾ ਸੀਗਾ, ਤੁਸੀਂ ਇਹ ਪੜ੍ਹ ਲਿਓ। ਇਹ 17 ਪੇਜਾਂ ਦਾ ਹੈ। ਇਹਦੇ ਵਿੱਚੋਂ ਨਕਲ ਹੈ ਜਿਹੜੀ ਉਹ ਮਾਰ ਲਈ ਸਿਰਫ ਔਰ ਸਿਰਫ ਜਿੱਥੇ ਜਿੱਥੇ ਪਾਪ ਗੁਨਾਹ ਅਕਾਲੀ ਦਲ ਦੀ ਸਰਕਾਰ ਵੇਲੇ ਹੋਏ ਸੀਗੇ, ਉਹਨਾਂ ਨੇ ਉਹ ਪਾਲੇ, ਤੇ ਆਪਦੇ ਵਾਲੇ ਕਾਂਗਰਸ ਪਾਰਟੀ ਵਾਲੇ ਗੁਨਾਹ ਸੀ ਜਿਹੜੇ ਉਹ ਸਾਰੇ ਛੱਡਤੇ। ਇਸ ਕਰਕੇ ਪੇਜ ਅੱਧੇ ਰਹਿ ਗਏ। ਤੇ ਮੇਰਾ ਇਹ 17 ਪੇਜਾਂ ਦਾ ਇਸ ਕਰਕੇ ਹੈ ਕਿਉਂਕਿ ਇਹ 'ਚ ਕਾਂਗਰਸ ਦੇ ਤੇ ਅਕਾਲੀ ਦਲ ਦੋਨਾਂ ਦੇ ਗੁਨਾਹ ਨੇ, ਜਿਹੜੇ ਦੋਨਾਂ ਦੀਆਂ ਗਲਤੀਆਂ ਨੇ ਜਿਹੜੀਆਂ, ਉਹ ਮੈਂ ਇਹਦੇ 'ਚ ਦਰਜ ਕੀਤੀਆਂ ਹੋਈਆਂ ਨੇ। ਇਹਦੇ ਵਿੱਚ ਕਦੋਂ ਕੀ ਹੋਇਆ, ਕੀ ਗਲਤ ਹੋਇਆ, ਕੀ ਹੋਣਾ ਚਾਹੀਦਾ ਸੀਗਾ, ਤੇ ਅੱਗੇ ਨੂੰ ਕੀ ਹੋਣਾ ਚਾਹੀਦਾ, ਇਹ ਵੀ ਸਾਰਾ ਕੁਝ ਦਰਜ ਹੈ। ਹੁਣ ਗੱਲ ਕੀਤੀ ਤੁਸੀਂ ਸਾਹਿਬ ਮਨਪ੍ਰੀਤ ਸਿੰਘ ਬਾਦਲ ਜੀਆਂ ਦੀ, ਉਹ ਜਦੋਂ ਇਹ ਵਾਈਟ ਪੇਪਰ ਲੈ ਕੇ ਆ ਰਹੇ ਸੀਗੇ ਤੇ 2 ਬਿੱਲ ਜਿਹੜੇ ਇਹਨਾਂ ਨੂੰ ਰੀਡਿਟਰਮਿਨ ਤੇ ਕੈਂਸਲ ਕਰ ਲਈ ਨਾ, ਪੀਪੀਐਸ ਨੂੰ, ਉਹ ਲੈ ਕੇ ਆ ਰਹੇ ਸੀਗੇ, ਉਹਨਾਂ ਨੇ ਬਹੁਤ ਆਪਦੇ ਸ਼ੇਰੋ ਸ਼ਾਇਰਾਨਾ ਅੰਦਾਜ਼ ਦੇ ਨਾਲ ਹਮੇਸ਼ਾ ਦੀ ਤਰ੍ਹਾਂ ਫਾਰਸੀ ਦੇ ਵਿੱਚ ਉਹਨਾਂ ਨੇ ਬੜਾ ਦਰਦ ਜ਼ਾਹਰ ਕੀਤਾ ਪੰਜਾਬ ਦੇ ਵਿੱਚ ਕਿ ਜੀ ਪਿਛਲੀ ਸਰਕਾਰ ਨੇ, ਅਕਾਲੀ ਦਲ ਦੀ ਸਰਕਾਰ ਨੇ, ਉਸ ਸਮੇਂ ਉਹਨਾਂ ਨੇ ਕੁਝ ਵਰਡ ਯੂਜ਼ ਕੀਤੇ, BOO ਤੇ BOT ਜੀ। ਉਹ ਕਹਿੰਦੇ ਜੀ ਕਿ ਪਿਛਲੀ ਅਕਾਲੀ ਦਲ ਦੀ ਸਰਕਾਰ ਨੇ, BOT ਮੀਨਸ ਬਿਲਡ, ਓਨ ਐਂਡ ਟਰਾਂਸਫਰ, BOO ਮੀਨਸ ਬਿਲਡ, ਓਨ ਐਂਡ ਆਪਰੇਟ। ਉਹ ਕਹਿੰਦੇ ਜੀ ਕਿ ਪਿਛਲੀ ਸਰਕਾਰ ਨੇ BOT ਤੋਂ BOO ਦੇ ਵਿੱਚ ਕਨਵਰਟ ਕਰ ਦਿੱਤੇ, ਇਹੋ ਜਿਹੇ ਕਰ ਦਿੱਤੇ ਕਿ ਜੀ ਪੰਜਾਬ ਦਾ ਬੜਾ ਨੁਕਸਾਨ ਹੋ ਗਿਆ, ਇਹ ਹੋ ਗਿਆ, ਉਹ ਹੋ ਗਿਆ। ਪਹਿਲਾਂ ਤਾਂ ਸਾਨੂੰ ਹਾਸੀ ਇਸ ਗੱਲ ਦੀ ਆਈ ਕਿ ਸ਼ੁਕਰ ਹੈ 60 ਚੋਂ 59 ਮਹੀਨੇ ਨਿਕਲ ਗਏ, ਤੁਹਾਨੂੰ ਇਹ ਤਾਂ ਸੋਝੀ ਆਈ, ਇਹ ਤਾਂ ਪਤਾ ਲੱਗਿਆ, ਤੁਸੀਂ ਮੰਨਿਆ ਵੀ ਜੋ ਅਸੀਂ 5 ਸਾਲਾਂ ਦੇ ਕਹਿ ਰਹੇ ਹਾਂ ਉਹ ਸਹੀ ਹੈ। ਨੰਬਰ 2, ਜਦੋਂ ਮੈਂ ਉਹਨਾਂ ਨੂੰ ਇਹ ਗੱਲ ਪੁੱਛੀ ਕਿ ਮਨਪ੍ਰੀਤ ਬਾਦਲ ਸਾਹਿਬ, ਤੁਹਾਡਾ ਤੁਸੀਂ BOT ਦਾ BO ਦਾ ਰੌਲਾ ਤਾਂ ਬਹੁਤ ਪਾ ਰਹੇ ਹੋ, ਤੇ ਜਿਹੜੇ ਇਹਨਾਂ ਐਗਰੀਮੈਂਟਾਂ ਦੇ ਜਿਹੜੇ ਫਿਕਸਡ ਕਾਸਟ ਚਾਰਜਸ ਸੀ ਜਿਹੜੇ, ਉਹ ਵੱਧ ਫਿਕਸ ਹੋ ਕੇ ਇਹ ਉਸ ਸਮੇਂ ਹੋਏ ਜਦ 2007 ਤੋਂ ਲੈ ਕੇ 2010 ਤੱਕ ਅਕਾਲੀ ਦਲ ਦੀ ਸਰਕਾਰ ਸੀ। ਤੇ ਉਸ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਤੁਸੀਂ ਖਜ਼ਾਨਾ ਮੰਤਰੀ ਸੀਗੇ, ਤੁਹਾਡੇ ਤਾਇਆ ਜੀ ਮੁੱਖ ਮੰਤਰੀ ਸੀਗੇ, ਉਦੋਂ ਤੁਸੀਂ ਕਿਉਂ ਨਾ ਬੋਲੇ ਹੈਗੇ? BOT ਤੋਂ BOO ਵੀ ਉਦੋਂ ਕੈਬਨਿਟ ਮੀਟਿੰਗ ਦੇ ਵਿੱਚ ਕਨਵਰਟ ਕੀਤਾ ਗਿਆ। ਤੇ ਸੈਕੰਡਲੀ ਉਸ ਸਮੇਂ ਨਵਰੀਤ ਜੀ 5 ਐਗਰੀਮੈਂਟ ਨੇ ਜਿਹੜੇ ਉਹ ਹੋਏ ਸੀਗੇ ਥਰਮਲ ਪਾਵਰ ਪਲਾਂਟਾਂ ਦੇ ਨਾਲ। ਇੱਕ ਹੋਇਆ ਸੀਗਾ ਰਿਲਾਇੰਸ ਸਾਸਨ ਦੇ ਨਾਲ, ਉਹ ਹੋਇਆ ਸੀ 17 ਪੈਸੇ ਪਰ ਯੂਨਿਟ। ਦੂਜਾ ਹੋਇਆ ਸੀਗਾ ਟਾਟਾ ਮੁੰਦਰਾ ਦੇ ਨਾਲ, ਉਹ ਹੋਇਆ ਸੀਗਾ 82 ਪੈਸੇ ਪਰ ਯੂਨਿਟ। ਤੇ ਤੀਸਰੇ ਹੋਇਆ ਸੀਗਾ ਜਿਹੜਾ ਪੰਜਾਬ ਦੇ ਵਿੱਚ 3 ਹੋਏ ਨੇ, GVK ਗੋਇੰਦਵਾਲ ਸਾਹਿਬ, NPL ਰਾਜਪੁਰਾ ਤੇ TSPL ਤਲਵੰਡੀ ਸਾਬੋ। ਇਹ ਜਿਹੜੇ 3 ਹੋਏ ਸੀਗੇ, 1 ਰੁਪਏ 18 ਪੈਸੇ ਤੋਂ ਲੈ ਕੇ 1 ਰੁਪਏ 36 ਪੈਸੇ, 2 ਰੁਪਏ 20 ਪੈਸੇ ਜਿਹੜਾ ਉਹ ਐਗਰੀਮੈਂਟ ਹੋਏ ਸੀ। ਮੈਂ ਕਿਹਾ ਉਦੋਂ ਤੁਸੀਂ ਸੁੱਤੇ ਪਏ ਸੀਗੇ। ਨਵਰੀਤ ਜੀ, ਲੈਟ ਮੀ ਕੰਪਲੀਟ। ਆਹ ਚੀਜ਼ ਹੈ ਜਿਹੜੀ ਮੈਂ ਇੱਥੇ ਦਰਜ ਕੀਤੀ ਹੋਈ ਹੈ। ਆਹ ਰੇਟ ਨੇ ਜਿਹੜੇ, ਵੀ ਇੱਕ ਪਾਸੇ 17 ਪੈਸੇ ਤੇ ਦੂਜੇ ਪਾਸੇ 2 ਰੁਪਏ 20 ਪੈਸੇ, ਉਦੋਂ ਤੁਸੀਂ ਸੁੱਤੇ ਪਏ ਸੀਗੇ। ਤੇ ਤੁਸੀਂ ਹੁਣ ਗੱਲ ਕਰਦੇ ਹੋ, ਫਿਰ ਉਹਨਾਂ ਦਾ ਕਹਿਣਾ ਇਹ ਸੀਗਾ, ਤਰਕ ਇਹ ਸੀਗਾ ਕਿ ਜੀ ਮੈਨੂੰ ਉਹਨਾਂ ਦੀ ਨੀਤੀ ਨੇ ਜਿਵੇਂ ਤਾਂ ਹੀ ਅਸਤੀਫਾ ਦਿੱਤਾ। ਮੈਂ ਕਿਹਾ ਜੀ ਤੁਹਾਡੀ 3 ਸਾਲ ਦੀ ਵਜ਼ੀਰੀ ਨਾ, 2007 ਤੋਂ ਲੈ ਕੇ 2010 ਤੱਕ ਦੀ ਵਜ਼ੀਰੀ ਹੈ ਜਿਹੜੀ, ਉਹ ਪੰਜਾਬ ਨੂੰ, ਉਹ ਆਪ ਮੰਨਦੇ ਸੀ 50,000 ਕਰੋੜ ਦਾ ਘਾਟਾ ਪੈ ਗਿਆ। ਮੈਂ ਕਿਹਾ ਪੰਜਾਬ ਨੂੰ ਵੈਸੇ ਪੈ ਤਾਂ ਤਕਰੀਬਨ ਲੱਖ ਕਰੋੜ ਦਾ ਘਾਟਾ ਪੈ ਜਾਣਾ। ਮੈਂ ਕਿਹਾ ਜੀ ਤੁਹਾਡੀ 3 ਸਾਲ ਦੀ ਵਜ਼ੀਰੀ ਪੰਜਾਬ ਨੂੰ 50,000 ਕਰੋੜ ਰੁਪਏ ਦੇ ਵਿੱਚ ਹੈ ਜਿਹੜੀ ਉਹ ਪੈ ਜਾਣੀ ਹੈ। ਹੁਣ ਉਹ ਜਿਹੜੀ ਗੱਲ ਕਰ ਰਹੇ ਸੀਗੇ ਬਿਲਡ, BOT ਤੇ BOO ਦੀ, ਆ ਮੈਂ ਕੀ ਲਿਖਿਆ ਜੀ, ਮੈਂ ਤੁਹਾਨੂੰ ਦਿਖਾਉਣਾ। BOT ਲਿਖਿਆ ਨਾ, BOO ਵੀ ਲਿਖਿਆ। ਭਾਈ ਸਾਹਿਬ
ਮੈਨੂੰ ਹਜੇ 5 ਸਾਲ ਹੋਏ ਨਹੀਂ ਵਿਧਾਇਕ ਬਣੇ ਨੂੰ, ਤੇ ਉਹ ਵੀ ਆਪੋਜੀਸ਼ਨ ਦਾ। ਤੇ ਆ ਜਿਹੜੇ ਦਰਦ ਬਿਆਨ ਕਰਦੇ ਨੇ ਪੰਜਾਬ ਦਾ ਸ਼ੇਰੋ ਸ਼ਾਇਰੀ ਦੇ ਵਿੱਚ, ਇਹ 94 ਤੋਂ ਐਮਐਲਏ ਚੱਲੇ ਆ ਰਹੇ ਨੇ ਤੇ ਮੰਤਰੀ ਵੀ ਰਹਿ ਲਏ, ਕਾਂਗਰਸ 'ਚ ਵੀ ਰਹਿ ਲਏ, ਅਕਾਲੀ ਦਲ 'ਚ ਵੀ ਰਹਿ ਗਏ। ਇਹਨਾਂ ਨੂੰ ਬੀਓ ਤੇ ਬੀਓਟੀ ਦਾ ਹਜੇ ਤੱਕ ਨਹੀਂ ਪਤਾ ਲੱਗਿਆ ਹੈਗਾ। ਤੇ ਜੇ ਪਤਾ ਨਹੀਂ ਲੱਗਿਆ ਹੈਗਾ ਤੇ ਇਹਦਾ ਕਾਰਨ ਦੋ ਹੀ ਨੇ, ਜਾਂ ਤਾਂ ਇਹ ਨਲਾਇਕ ਔਰ ਇਨਕੰਪੀਟੈਂਟ ਨੇ, ਤੇ ਜਾਂ ਇਹਨਾਂ ਲੋਕਾਂ ਦੀਆਂ ਨੀਅਤਾਂ ਮਾੜੀਆਂ ਨੇ, ਕਹਿੰਦੇ ਕੁਝ ਹੋਰ ਨੇ, ਦਰਦ ਕੋਈ ਹੋਰ ਬਿਆਨ ਕਰਦੇ ਨੇ ਤੇ ਕਰਦੇ ਕੁਝ ਹੋਰ ਨੇ। ਇਹ ਸਵਾਲ ਹੈ ਜਿਹੜਾ ਅੱਜ ਪੁੱਛਣ ਨਹੀਂ ਬਣਦਾ ਹੈਗਾ। ਹੁਣ ਸਿਰਫ ਔਰ ਸਿਰਫ ਅਕਾਲੀ ਦਲ ਨੇ ਆਹ ਕੀਤਾ, ਉਹਨਾਂ ਨੇ ਬਹੁਤ ਮਾੜਾ ਕੀਤਾ, ਪਰ ਤੁਸੀਂ ਵੀ ਉਹਦਾ ਹਿੱਸਾ ਸੀਗੇ। ਔਰ ਤੁਸੀਂ ਹੁਣ ਇਹਨਾਂ 59 ਮਹੀਨਿਆਂ ਦੇ ਵਿੱਚ ਕੀ ਸਵਾਹ ਉਡਾ ਲਈ? ਆ ਜਿਹੜੇ ਅੱਜ ਮੇਰੇ ਤੋਂ ਲਿਖ ਕੇ ਲੈ ਲਓ, ਅੱਜ ਇਹ ਐਗਰੀਮੈਂਟ ਟਰਮੀਨੇਟ ਕਰ ਦੇਣ ਤਿੰਨੇ ਥਰਮਲ ਪਲਾਂਟਾਂ ਦੇ, ਇਹ ਐਗਰੀਮੈਂਟ ਇਹ ਰੱਦ ਕਰ ਦੇਣ, 1 ਘੰਟਾ ਨਹੀਂ ਟਿਕਣਾ ਹੈਗਾ ਡਿਸੀਜਨ। ਕਿਉਂਕਿ ਐਪਟੈਲ ਜਿਹੜੀ ਕਿ ਹਾਈਐਸਟ ਕਨਸਟੀਟਿਊਸ਼ਨਲ ਬੋਡੀ ਹੈ, ਬਿਜਲੀ ਨੂੰ ਕੰਟਰੋਲ ਕਰਦੀ ਹੈ ਮੁਲਕ ਦੀ, ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਜਦੋਂ ਆਹ ਰੌਲਾ ਚੱਲਿਆ ਤੇ ਵੋਟਾਂ ਸਿਰ ਤੇ ਆ ਗਈਆਂ, ਸਰਕਾਰ ਨੇ ਦਾਮੋਦਰ ਵੈਲੀ ਦੇ 4 ਪ੍ਰੋਜੈਕਟਾਂ ਦਾ ਐਗਰੀਮੈਂਟ ਸੀ ਜਿਹੜੇ ਉਹ ਕੈਂਸਲ ਕਰਤੇ, ਰੱਦ ਕਰਤੇ। ਉਹ ਐਪਟਲ ਦੇ ਵਿੱਚ ਚਲੇ ਗਏ। ਐਪਟਲ ਨੇ ਇਹਨਾਂ ਦਾ ਫੈਸਲਾ ਪੰਜਾਬ ਸਰਕਾਰ ਦਾ ਭਗਾ ਕੇ ਮਾਰਿਆ ਤੇ ਇਹ ਕਿਹਾ ਕਿ ਮਹਿੰਗੀਆਂ ਦਰਾਂ ਹੋਣੀਆਂ ਕਾਰਨ ਨਹੀਂ ਹੋ ਸਕਦਾ ਹੈਗਾ ਕਿਸੇ ਵੀ ਐਗਰੀਮੈਂਟ ਤੋਂ ਭੱਜਣਾ। ਆ 3 ਦਿਨ ਪਹਿਲਾਂ ਉਹਨਾਂ ਦਾ ਡਿਸੀਜਨ ਆਇਆ, ਸੁੱਤੇ ਪਏ ਨੇ, ਤੇ ਹੁਣ ਸਿਰਫ ਔਰ ਸਿਰਫ ਲੋਕਾਂ ਨੂੰ ਇਹ ਦਿਖਾਉਣ ਦੇ ਲਈ ਕਿ ਹਾਂਜੀ ਦੇਖੋ ਅਸੀਂ ਵਾਅਦਾ ਕੀਤਾ ਸੀਗਾ ਕਿ ਅਸੀਂ ਪੀਪੀਏ ਰੱਦ ਕਰ ਦਾਂਗੇ, ਅਸੀਂ ਰੱਦ ਕਰਤਾ, ਅਸੀਂ ਕਾਨੂੰਨ ਬਣਾਤਾ। 1 ਘੰਟਾ ਨਹੀਂ ਟਿਕਣਾ ਹੈਗਾ। ਨਹੀਂ, ਪਰ ਇਸ ਵਾਰ ਰੀਜ਼ਨ ਤਾਂ ਉਹਨਾਂ ਨੇ ਹੋਰ ਦਿੱਤੇ ਆ ਨਾ। ਕੀ ਦਿੱਤੇ ਨੇ ਜੀ? ਰੀਜ਼ਨ ਨਹੀਂ, ਪਰ ਇਕੱਲੀਆਂ ਉਹ ਦਰਾਂ ਦਾ ਨਹੀਂ ਹੈਗਾ ਰੀਜ਼ਨ ਜਿਹੜਾ ਤੁਸੀਂ ਕਹਿ ਰਹੇ ਹੋ, ਮਤਲਬ ਕਈ ਰੀਜ਼ਨ ਹੋਰ ਜੋੜੇ ਗਏ ਆ। ਮੈਨੂੰ ਪ੍ਰੋਪਰ ਡਿਟੇਲ ਸ਼ਾਇਦ ਮੈਂ ਦੱਸਦਾ, ਮੈਨੂੰ ਸਾਰਾ ਕੁਝ ਪਤਾ, ਮੈਂ ਦੱਸਦਾ ਤੁਹਾਨੂੰ। ਉਹਨਾਂ ਨੇ ਜਿਹੜੇ ਰੀਜ਼ਨ ਦਿੱਤੇ ਨੇ ਉਹ ਬੇਸਿਕਲੀ ਜਿਹੜੀ ਫਿਕਸਡ ਕਾਸਟ ਵੱਧ ਜਿਹੜੀ ਆਪਣਾ ਲਾਈ ਜਾਂਦੀ ਹੈ ਉਹਦੇ ਦਿੱਤਾ ਹੈ। ਉਹਨਾਂ ਨੇ ਰੀਜ਼ਨ ਦਿੱਤਾ ਹੈ ਜਿਹੜੇ ਉਸ ਸਮੇਂ ਇੰਜੀਨੀਅਰ ਐਸੋਸੀਏਸ਼ਨ ਸੀ ਜਿਹੜੀ 2005-6 ਦੇ ਵਿੱਚ, ਉਹਨਾਂ ਨੇ 1400 ਮੈਗਾਵਾਟ ਸੀ ਜਿਹੜਾ ਉਹਦੀ ਲਾਉਣ ਦੀ ਸਿਫਾਰਿਸ਼ ਕੀਤੀ ਸੀਗੀ, ਤੇ ਇਹਨਾਂ ਨੇ 4000 ਮੈਗਾਵਾਟ ਹੈ ਜਿਹੜਾ ਉਹ ਲਾ ਦਿੱਤੇ 3 ਥਰਮਲ ਪਲਾਂਟਾਂ ਦੇ ਥਰੂ। ਇੱਕ ਜੀਵੀਕੇ ਵਾਲਾ ਸੀ ਜਿਹੜਾ ਉਹ ਵਿਦਆਊਟ ਪ੍ਰੋਪਰ ਪ੍ਰੋਸੈਸ, ਵਿਦਆਊਟ ਟੈਂਡਰਿੰਗ, ਵਿਦਆਊਟ ਟਰਾਂਸਪੇਰੈਂਟ ਤਰੀਕੇ ਤੋਂ ਬਿਨਾਂ ਉਹ ਉਹਨਾਂ ਨੇ ਅਲਾਟ ਕਰਤਾ ਸੀਗਾ। ਫਿਰ ਮਨਪ੍ਰੀਤ ਜੀ ਨੇ ਗੱਲ ਕੀਤੀ ਪਛਵਾੜਾ ਕੋਲ ਮਾਈਨ ਦੀ। ਮੈਂ ਇਹਦੇ 'ਚ ਦਰਜ ਕੀਤਾ ਹੋਇਆ ਪਛਵਾੜਾ ਕੋਲ ਮਾਈਨ ਦਾ ਹਰ ਸਾਲ 700 ਕਰੋੜ ਰੁਪਏ ਜਿਹੜਾ ਉਹ ਨੁਕਸਾਨ ਹੋ ਰਿਹਾ ਹੈ, ਉਹ ਖੂਹ ਖਾਤੇ ਜਾ ਰਿਹਾ ਹੈ। ਤੇ ਐਮਟਾ ਨੇ ਕੇਸ ਕੀਤਾ ਹੋਇਆ ਹੈ ਸਰਕਾਰ ਦੇ ਉੱਪਰ, ਤੇ 1800 ਕਰੋੜ ਰੁਪਏ ਜਿਹੜਾ ਉਹ ਕਦੋਂ ਕਹਾੜੀ ਚੱਲ ਜੇ ਪੰਜਾਬ ਦੀ ਗਰਦਨ ਦੇ ਉੱਪਰ ਹਜੇ ਕਿਸੇ ਨੂੰ ਕੁਝ ਨਹੀਂ ਪਤਾ ਹੈਗਾ। ਕੋਲ ਵਾਸ਼ਿੰਗ ਦਾ 2800 ਕਰੋੜ ਰੁਪਏ ਜਿਹੜਾ ਉਹ ਹਜੇ ਤੱਕ ਪੈ ਚੁੱਕਿਆ ਪੰਜਾਬ ਦੇ ਸਿਰ। ਆਉਣ ਵਾਲੇ 20 ਸਾਲ 500 ਕਰੋੜ ਰੁਪਇਆ ਹੋਰ ਪਊਗਾ। ਤੇ ਹਜੇ ਤੱਕ ਇਸ ਮੋਤੀਆਂ ਵਾਲੀ ਸਰਕਾਰ ਨੇ ਉਸ ਡਿਸੀਜਨ ਨੂੰ ਕੋਰਟ ਦੇ ਵਿੱਚ ਚੈਲੰਜ ਨਹੀਂ ਕੀਤਾ ਹੈਗਾ। ਕੱਲੇ TSPL ਤਲਵੰਡੀ ਸਾਬੋ ਪਾਵਰ ਪਲਾਂਟ ਦਾ ਜਿਹੜਾ ਹੈਗਾ 952 ਕਰੋੜ ਲਿਕੁਇਡੇਟਿਡ ਚਾਰजेस ਪਏ ਹੋਏ ਨੇ। ਉਹ ਲਿਕੁਇਡੇਟਿਡ ਚਾਰजेस ਉਹ ਹੁੰਦੇ ਨੇ ਕਿ ਤੁਸੀਂ ਪ੍ਰੋਜੈਕਟ ਇਸ ਡੇਟ ਤੱਕ ਲਾਉਣਾ ਸੀਗਾ, ਨਹੀਂ ਲਾ ਸਕੇ ਹੈਗੇ, ਉਹ ਲੰਬਾ ਨਿਕਲ ਗਿਆ। ਉਹ ਜਿਹੜਾ ਨੁਕਸਾਨ ਹੋਇਆ ਉਹਦਾ 952 ਕਰੋੜ ਹਜੇ ਇਹਨਾਂ ਮੋਤੀਆਂ ਵਾਲੀ ਸਰਕਾਰ ਤੋਂ 10 ਸਾਲ ਹੋ ਗਏ ਹਜੇ ਤੱਕ ਉਹ ਨਹੀਂ ਰਿਕਵਰ ਕੀਤਾ ਗਿਆ ਹੈਗਾ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹਦੇ ਵਿੱਚ ਦਰਜ ਨੇ, ਤੇ ਹੁਣ ਉਹ ਜਾਗੇ ਨੇ ਕਿਉਂਕਿ ਵੋਟਾਂ ਸਿਰ ਦੇ ਉੱਪਰ ਨੇ। ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਚਾਹੁੰਦਾ, ਮੇਰਾ ਸਵਾਲ ਵੀ ਇਹ ਹੈ, ਠੀਕ ਹੈ ਅੱਜ ਤੁਸੀਂ ਕਾਨੂੰਨ ਬਣਾਤਾ, ਅਸੀਂ ਵੀ ਨਾਲ ਖੜੇ ਹਾਂ, ਵੋਟਾਂ ਟੱਪ ਜਾਣਗੀਆਂ। ਪੰਜਾਬ ਦੇ ਵਿੱਚ ਜਿਹੜੀ ਪਾਵਰ ਦੀ ਰਿਕੁਆਇਰਮੈਂਟ ਹੈ ਉਹ ਝੋਨੇ ਦੇ ਸੀਜ਼ਨ 'ਚ, ਗਰਮੀਆਂ ਦੇ ਪੀਕ ਸੀਜ਼ਨ ਦੇ ਵਿੱਚ ਉਹ ਤਕਰੀਬਨ ਚਾਹੀਦੀ ਹੈ 14000 ਮੈਗਾਵਾਟ, ਠੀਕ ਹੈ ਜੀ। ਸਰਦੀਆਂ ਦੇ ਵਿੱਚ ਚਾਹੀਦੀ ਆ ਉਹ ਦਿਨੇ 6000 ਮੈਗਾਵਾਟ ਚਾਹੀਦੀ ਹੈ, ਰਾਤ ਨੂੰ 3000 ਮੈਗਾਵਾਟ ਚਾਹੀਦੀ ਹੈ। ਆ ਜਿਹੜੀਆਂ ਸਰਦੀਆਂ ਨਿਕਲ ਕੇ ਹਟੀਆਂ ਨੇ ਉਦੋਂ ਤਲਵੰਡੀ ਸਾਬੋ TSPL ਦਾ ਇੱਕ ਯੂਨਿਟ ਸੀ ਜਿਹੜਾ 660 ਮੈਗਾਵਾਟ ਦਾ, ਉਹ ਤਕਰੀਬਨ 4-5 ਮਹੀਨੇ ਬੰਦ ਰਿਹਾ। ਉਸ ਤੋਂ ਬਾਅਦ ਦੂਜਾ ਵੀ ਬੰਦ ਹੋ ਗਿਆ, ਤੀਜਾ ਵੀ ਬੰਦ ਹੋ ਗਿਆ। ਜਦੋਂ ਇੱਕ ਯੂਨਿਟ 660 ਮੈਗਾਵਾਟ ਦਾ ਹੀ ਜਦੋਂ ਬੰਦ ਹੋ ਗਿਆ ਸੀਗਾ ਨਵਰੀਤ ਜੀ, ਉਦੋਂ ਪੰਜਾਬ ਦੇ ਵਿੱਚ ਤਰਾਹੀ ਮੱਚ ਗਈ ਸੀ ਸਾਰੀ। ਤਾਂ ਇਹਨਾਂ ਨੂੰ ਇੰਡਸਟਰੀ ਬੰਦ ਕਰਨੀ ਪੈ ਗਈ ਸੀਗੀ, ਤੇ ਕਿਸਾਨ ਨੇ ਜਿਹੜੇ ਉਹ ਵਿਚਾਰੇ ਸੜਕਾਂ ਦੇ ਉੱਪਰ, ਗ੍ਰਿਡਾਂ ਦੇ ਉੱਪਰ ਆ ਗਏ ਸੀਗੇ। ਹੁਣ ਇਹ ਜਿਹੜਾ ਜਿਹਨੂੰ ਰੱਦ ਕਰਨ ਦੀ ਗੱਲ ਕਰ ਰਹੇ ਨੇ ਉਹ 4000 ਮੈਗਾਵਾਟ ਤਾਂ ਸਮਝ ਲਓ ਇਹਦਾ ਥਰਮਲ ਪਾਵਰ ਪਲਾਂਟ ਦੇ 3 ਯੂਨਿਟਸ ਦਾ। 900 ਮੈਗਾਵਾਟ ਦਾ ਹੈਗਾ ਰੀਨਿਊਏਬਲ ਦਾ, ਜਿਹਦੇ ਵਿੱਚ ਸੋਲਰ ਵੀ ਆਉਂਦਾ ਜੀ, ਔਰ ਜਿਹਦੇ ਵਿੱਚ ਜਿਹੜਾ ਬਾਇਓਮਾਸ ਦੇ ਪ੍ਰੋਜੈਕਟ ਨੇ ਉਹ ਵੀ ਆਉਂਦੇ ਨੇ। ਤੁਸੀਂ 14000 ਦੇ ਵਿੱਚੋਂ ਇੱਕ 600 ਯੂਨਿਟ ਦਾ 660 ਮੈਗਾਵਾਟ ਦਾ ਜਦੋਂ ਯੂਨਿਟ ਖੜ ਗਿਆ ਸੀਗਾ, ਪੰਜਾਬ ਦੇ ਵਿੱਚ ਬਲੈਕ ਆਊਟ ਹੋਣ ਦਾ ਖਤਰਾ ਬਣ ਗਿਆ ਸੀਗਾ। ਤੁਸੀਂ 5000 ਮੈਗਾਵਾਟ ਮਾਈਨਸ ਕਰ ਦਿਓ,
ਕੀ ਬਣੂਗਾ ਜੀ ਪੰਜਾਬ ਦਾ? ਬਲੈਕ ਆਊਟ। ਇਹ ਇਹਨਾਂ ਨੂੰ ਮੇਰੇ ਤੋਂ ਅੱਜ ਤੁਸੀਂ ਡੇਟ ਨੋਟ ਕਰ ਲਓ, ਟਾਈਮ ਨੋਟ ਕਰ ਲਓ, ਇਹ ਇੰਟਰਵਿਊ ਜਿਹੜੀ ਤੁਸੀਂ ਸੇਵ ਕਰਕੇ ਰੱਖ ਲਿਓ। ਜੇ ਜੋ ਮੈਂ ਕਹਿ ਰਿਹਾ, ਜੇ ਮੇਰਾ ਇੱਕ ਵਰਡ, ਮੈਂ ਕੋਈ ਜੋਤਸ਼ੀ ਨਹੀਂ ਹੈਗਾ, ਪਰ ਮੈਨੂੰ ਆਪਦੇ 5 ਸਾਲ ਦੇ ਐਕਸਪੀਰੀਅੰਸ ਦੇ ਵਿੱਚ ਇੰਨਾ ਕੁ ਸਮਝ ਆ ਚੁੱਕਿਆ ਵੀ ਸਰਕਾਰਾਂ ਕਿਵੇਂ ਚੱਲਦੀਆਂ ਨੇ, ਕੀ ਹੋਣਾ ਚਾਹੀਦਾ ਤੇ ਕੀ ਨਹੀਂ ਹੋਣਾ ਚਾਹੀਦਾ, ਤੇ ਉਹਨੂੰ ਸਪਸ਼ਟਤਾ ਦੇ ਨਾਲ ਵਿਧਾਨ ਸਭਾ ਦੇ ਵਿੱਚ ਰੱਖਣਾ ਕਿਵੇਂ, ਮੈਨੂੰ ਉਹ ਆ ਗਿਆ। ਪਰ ਇਹਨਾਂ ਨੂੰ ਸਿਰਫ ਔਰ ਸਿਰਫ ਇਹ ਆਉਂਦਾ ਵੀ ਸਰਕਾਰ ਅਗਲੀ 3 ਮਹੀਨਿਆਂ ਦੇ ਵਿੱਚ ਬਣਾਉਣੀ ਕਿਵੇਂ ਹੈ। ਪਰ ਮੇਰਾ ਇੱਕ ਸਵਾਲ ਇਹਦੇ ਚ ਆ, ਤੁਸੀਂ ਜਿਹੜੀਆਂ ਯੂਨਿਟਾਂ ਕਹੀਆਂ ਵੀ 17 ਪੈਸੇ ਦੀ ਗੱਲ ਕਰੀ ਆ, ਹਨਾ 1 ਰੁਪਈਆ ਸਮਥਿੰਗ ਉਹਦੀ ਗੱਲ ਕਰੀ ਆ, ਇਹ ਫਿਰ ਇਹ ਆ ਤੁਹਾਡੇ ਵਾਈਟ ਪੇਪਰ ਦੇ ਅਨੁਸਾਰ ਹੀ ਮੈਂ ਗੱਲ ਕਰ ਰਿਹਾ, ਤਾਂ ਫਿਰ ਉਹ ਜਿਹੜੀ ਕਹਿੰਦੇ ਵੀ 7 ਰੁਪਏ ਪੈਂਦੀ ਆ, 8 ਰੁਪਏ ਪੈਂਦੀ ਆ, ਉਹ ਕਿਵੇਂ ਪੈ ਜਾਂਦੀ ਹੈ? ਉਹ ਇਸ ਕਰਕੇ ਪੈ ਜਾਂਦੀ ਹੈ, ਇਲੈਕਟ੍ਰਿਸਿਟੀ ਹੈ ਜਿਹੜੀ ਉਹ 2 ਤਰੀਕੇ ਨਾਲ ਉਹਦੀ ਕਾਸਟ ਡਿਟਰਮਿਨ ਹੁੰਦੀ ਹੈ। ਇੱਕ ਹੁੰਦੀ ਹੈ ਫਿਕਸਡ ਕਾਸਟ, ਜਿਹੜਾ ਕਿ ਪਰ ਯੂਨਿਟ ਤੁਹਾਨੂੰ ਦੇਣਾ ਹੀ ਪੈਂਦਾ ਹੈ, ਉਹ ਚਾਹੇ ਚੱਲੇ ਨਾ ਚੱਲੇ ਜੋ ਵੀ ਹੋਵੇ। ਦੂਜਾ ਹੁੰਦਾ ਵੇਰੀਏਬਲ ਕਾਸਟ। ਵੇਰੀਏਬਲ ਕਾਸਟ ਹੁੰਦੀ ਹੈ ਵੀ ਤੁਹਾਡਾ ਕੋਲਾ ਕਿੰਨੇ ਦਾ ਪੈ ਗਿਆ, ਤੁਹਾਡੇ ਓਵਰਹੈਡ ਐਕਸਪੈਂਸਿਸ ਤੁਹਾਨੂੰ ਕਿੰਨੇ ਦੇ ਪੈ ਗਏ, ਤੁਹਾਨੂੰ ਜਿਹੜੇ ਮੈਨ ਪਾਵਰ ਐਕਸਪੈਂਸਿਸ ਕਿੰਨੇ ਦੇ ਪੈ ਗਏ। ਉਹ ਤੋਂ ਬਾਅਦ ਉਹਨੂੰ ਜਦੋਂ ਬਿਜਲੀ ਬਣ ਗਈ, ਤਿਆਰ ਹੋ ਗਈ, ਉਹਨੂੰ ਤੁਸੀਂ ਟਰਾਂਸਮਿਸ਼ਨ ਜਦੋਂ ਕੀਤੀ, ਟਰਾਂਸਮਿਸ਼ਨ ਦੇ ਵਿੱਚ ਤੁਸੀਂ 100 ਯੂਨਿਟ ਪੰਪ ਇਨ ਕੀਤੇ, ਤੇ ਜਦੋਂ ਗਾਹਾਂ ਨਿਕਲੇ ਜਾ ਕੇ ਜੇ ਉਹ 70 ਰਹਿ ਜਾਂਦੇ ਨੇ, 60 ਰਹਿ ਜਾਂਦੇ ਨੇ, ਤਾਂ ਉਹਦੀ ਜਿਹੜੀ ਕਾਸਟ ਹੈ, ਉਹਨੂੰ TND ਟਰਾਂਸਮਿਸ਼ਨ ਐਂਡ ਡਿਸਟ੍ਰੀਬਿਊਸ਼ਨ ਲਾਸਿਸ ਕਹਿੰਦੇ ਨੇ, ਉਹ ਕਿੰਨੇ ਪੈ ਗਏ। ਉਹ ਜਦੋਂ ਸਾਰੀਆਂ ਚੀਜ਼ਾਂ ਕੈਲਕੂਲੇਟ ਕਰਦੇ ਨੇ ਤੇ ਅਲਟੀਮੇਟਲੀ ਲੋਕਾਂ ਦੇ ਉੱਪਰ ਜਿਹੜਾ ਉਹਦਾ ਭਾਰ ਹੈ, ਇਹ ਸਾਰੀ ਕਾਸਟ ਅਸੈਸਮੈਂਟ ਕਰਕੇ PSPCL PSCRC ਜਿਹੜਾ ਕਿ ਰੈਗੂਲੇਟਰ ਹੈ ਉਹਦੇ ਕੋਲ ਜਾਂਦਾ ਹੈ, ਤੇ ਉਹ ਰੇਟ ਹੈ ਜਿਹੜੇ ਉਹ ਤੈਅ ਕਰਦੇ ਨੇ। ਹੁਣ ਹੋਰ ਇੱਕ ਅਗਲੀ ਇੰਟਰਸਟਿੰਗ ਗੱਲ ਤੁਹਾਨੂੰ ਮੈਂ ਸੁਣਾ ਦਿੰਦਾ। ਜਿਹੜੇ TND ਲਾਸਿਸ ਨੇ ਅੱਜ, ਟਰਾਂਸਮਿਸ਼ਨ ਐਂਡ ਡਿਸਟ੍ਰੀਬਿਊਸ਼ਨ ਲਾਸਿਸ, ਜਿਹਨੂੰ ਲਾਈਨ ਲਾਸਿਸ ਵੀ ਆਪਾਂ ਕਹਿ ਦਿੰਦੇ ਹਾਂ ਦੇਸੀ ਭਾਸ਼ਾ ਦੇ ਵਿੱਚ, ਉਹ ਇੰਟਰਨੈਸ਼ਨਲੀ ਤੁਸੀਂ ਜਾਪਾਨ ਚਲੇ ਜਾਓ, ਤੁਸੀਂ ਕੋਰੀਆ ਚਲੇ ਜਾਓ, ਉੱਥੇ 5.5-6% ਹੈ। ਇੰਡੀਆ ਦੇ ਵਿੱਚ ਉਹ ਤਕਰੀਬਨ 9.5-10% ਹੈ। ਹਿਮਾਚਲ ਦੇ ਵਿੱਚ, ਤਮਿਲਨਾਡੂ ਦੇ ਵਿੱਚ, ਦਿੱਲੀ ਦੇ ਵਿੱਚ। ਪੰਜਾਬ ਦੇ ਵਿੱਚ 18% ਹੈ। 1% TND ਲਾਸ ਮੀਨਸ 300 ਕਰੋੜ ਰੁਪਏ ਜਿਹੜਾ ਉਹ ਪੰਜਾਬ ਦੇ ਲੋਕਾਂ ਸਿਰ ਬੋਝ ਪੈ ਗਿਆ। 8% ਜੇ ਇਹ ਲਾਸਿਸ ਹੀ ਬਚਾ ਲੈਣ ਤਾਂ 8 ਤੀਆ 2400 ਕਰੋੜ ਰੁਪਏ ਤਾਂ ਇਕੱਲੇ ਲਾਈਨ ਲਾਸਿਸ ਦੇ ਵਿੱਚੋਂ ਇਹ ਬਣਾ ਸਕਦੇ ਨੇ, ਜਿਹਦਾ ਕਿ ਅਲਟੀਮੇਟਲੀ ਘੁੰਮ ਫਿਰ ਕੇ ਬੋਝ ਹੈ ਜਿਹੜਾ ਉਹ ਲੋਕਾਂ ਦੇ ਸਿਰ ਹੀ ਪੈ ਰਿਹਾ, ਲੋਕਾਂ ਦੀਆਂ ਜੁੱਤੀਆਂ ਲੋਕਾਂ ਦੇ ਸਿਰ ਹੀ ਪੈਂਦੀਆਂ ਨੇ। ਉਹ ਕੌਣ ਕਰੂਗਾ? ਇਹਨਾਂ ਚੀਜ਼ਾਂ ਨੂੰ ਬਚਾਉਣ ਦੇ ਲਈ ਸੈਂਟਰ ਸਰਕਾਰ ਦੀ ਇੱਕ ਸਕੀਮ ਆਈ ਸੀ, DDU ਤੇ IPDS। ਉਹ ਸੀਗਾ ਕਿ ਜਿੰਨੇ ਤੁਸੀਂ ਲਾਈਨਾਂ ਬਦਲਣੀਆਂ ਨੇ, ਜਿੰਨੀਆਂ ਤੁਸੀਂ ਟਰਾਂਸਫਾਰਮਰ ਬਦਲਣੇ ਨੇ, ਜਿੰਨੇ ਤੁਸੀਂ ਮੀਟਰ ਬਦਲਣੇ ਨੇ, ਉਹ ਆਇਆ ਸੀਗਾ ਜਿਹਦੇ ਵਿੱਚ 75% 800 ਕਰੋੜ ਆਇਆ ਸੀਗਾ, ਜਿਹਦੇ ਵਿੱਚ 75% ਹੈ ਜਿਹੜਾ ਉਹ ਗ੍ਰਾਂਟ ਹੈ, ਵੀ ਤੁਸੀਂ ਮੋੜਨਾ ਵੀ ਨਹੀਂ ਹੈਗਾ। ਇਹਨਾਂ ਮੋਦੀ ਵਾਲੀ ਸਰਕਾਰ ਤੋਂ ਉਹ ਵੀ 40% ਲੱਗਿਆ, ਹਜੇ ਤੱਕ ਉਹਦਾ ਵੀ ਟਾਈਮ ਨਿਕਲ ਚੁੱਕਿਆ, ਉਹ ਵੀ ਨਹੀਂ ਕੀਤਾ ਗਿਆ ਇਹਨਾਂ ਤੋਂ। ਮੇਰੇ ਕਹਿਣ ਦਾ ਮਤਲਬ ਹੈ ਕਿ ਜਦੋਂ ਤੁਸੀਂ, ਔਰ ਮੈਂ ਤੁਹਾਨੂੰ ਜਿਹੜੀ ਗੱਲ ਅੱਜ ਪਿਛਲੇ 2.5-3 ਸਾਲ ਤੋਂ ਤੁਸੀਂ ਮੇਰੇ ਮੂੰਹੋਂ ਕਈ ਵਾਰੀ ਸੁਣਿਆ ਹੋਊਗਾ ਕਿ ਜੀ ਪਾਵਰ ਸੈਕਟਰ ਦੇ ਵਿੱਚ ਘੱਟੋ ਘੱਟ ਜੇ ਇਹਨੂੰ ਤੁਸੀਂ ਸਿਸਟਮ ਨੂੰ ਦਰੁਸਤ ਕਰ ਲਓ 6-7 ਹਜ਼ਾਰ ਕਰੋੜ ਰੁਪਏ ਹਰ ਸਾਲ ਬਚਾਇਆ ਜਾ ਸਕਦਾ ਹੈ, ਤੇ 3 ਤੋਂ 4 ਰੁਪਏ ਯੂਨਿਟ ਸਸਤਾ ਕੀਤਾ ਜਾ ਸਕਦਾ ਹੈ। ਮੈਂ ਇਸ ਵਾਈਟ ਪੇਪਰ ਦੇ ਵਿੱਚ ਲਿਖਤਾ ਸੀਗਾ ਅੱਜ ਤੋਂ 2 ਸਾਲ ਪਹਿਲਾਂ, ਕਿ ਐਂਡ ਦੇ ਵਿੱਚ ਮੇਰਾ ਕਨਕਲੂਜਨ ਸੀਗਾ ਕਿ ਜੇ ਤੁਸੀਂ ਮੇਰੇ ਇਹ ਸੁਝਾਅ ਮੰਨ ਲਓ ਤੇ 3 ਤੋਂ 4 ਰੁਪਏ ਬਿਜਲੀ ਜਿਹੜੀ ਉਹ ਸਸਤੀ ਕੀਤੀ ਜਾ ਸਕਦੀ ਹੈ। ਹੁਣ ਇਹ ਮੋਤੀਆਂ ਵਾਲੀ ਸਰਕਾਰ ਨੇ 3 ਰੁਪਏ ਸਸਤੀ ਕਰਤਾ ਦਿੱਤੀ, ਪਰ ਪੈਸੇ ਬਚਾਏ ਨਹੀਂ ਹੈਗੇ। ਉਹ ਤੁਹਾਡੀਆਂ ਤੇ ਮੇਰੀਆਂ ਜੁੱਤੀਆਂ ਆਪਣੇ ਸਿਰ ਹੀ ਮਾਰਤੀਆਂ, ਕਿਉਂਕਿ ਸਿਰਫ ਵੋਟਾਂ ਲੈਣੀਆਂ ਨੇ, ਮੁੜ ਕੇ ਪੰਜਾਬ ਨੂੰ ਕਿਹੜੇ ਪਾਸੇ ਲੈ ਕੇ ਜਾਣਾ ਉਹ ਧਿਆਨ ਹੀ ਨਹੀਂ ਇਹਨਾਂ ਦਾ। ਪਰ ਹੁਣ ਇਹ ਨਹੀਂ ਲੱਗਦਾ ਵੀ ਹੁਣ ਖਜ਼ਾਨਾ ਭਰ ਗਿਆ, ਕਿਉਂਕਿ ਹੁਣ ਵਿੱਤ ਮੰਤਰੀ ਸਾਹਿਬ ਦਾ ਕੋਈ ਬਿਆਨ ਨਹੀਂ ਆਉਂਦਾ ਇਹ ਜਿਹਾ ਵੀ ਖਜ਼ਾਨਾ ਖਾਲੀ। ਤੁਸੀਂ ਮਜ਼ਾਕ ਕਰਨ ਦੇ ਮੂਡ 'ਚ ਲੱਗਦੇ ਹੋ ਮੈਨੂੰ। ਮੈਂ ਤਾਂ ਕੀ ਮਜ਼ਾਕ ਕਰਨਾ ਜੀ, ਸਿਆਸਤ ਸਿਆਸਤ, ਹਾਂ ਇਹ ਗੱਲ ਇਸ ਗੱਲ ਤੇ ਆਈਏ ਕਿ ਸਿਆਸਤ ਅੱਜ ਦੀ ਜਿਹੜਾ ਕਿ ਸਭ ਤੋਂ ਸੀਰੀਅਸ, ਸਭ ਤੋਂ ਸਿੰਸੀਅਰ ਕੰਮ ਹੋਣਾ ਚਾਹੀਦਾ, ਉਹੀ ਅੱਜ ਮਜ਼ਾਕ ਦਾ ਪਾਤਰ ਹੈ ਜਿਹੜਾ ਉਹ ਬਣ ਕੇ ਰਹਿ ਗਈ। ਹੁਣ ਤੱਕ ਤਾਂ ਇਹਨਾਂ ਦਾ ਖਜ਼ਾਨਾ ਸੀ ਜਿਹੜਾ ਉਹ ਬਣਿਆ ਹੋਇਆ ਸੀਗਾ ਪੀਪਾ, ਕਿਉਂਕਿ ਖਜ਼ਾਨਾ ਤਾਂ ਭਰਿਆ ਹੁੰਦਾ, ਖਾਲੀ ਪੀਪਾ ਹੁੰਦਾ ਹੈ, ਤੇ ਹੁਣ ਇਹ ਬਣ ਗਿਆ ਕੁਬੇਰ ਦਾ ਖਜ਼ਾਨਾ, ਕਿਉਂਕਿ ਵੋਟਾਂ ਸਿਰ ਤੇ ਨੇ। ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਮੁੱਖ ਮੰਤਰੀ ਸਾਹਿਬ ਫ੍ਰੀਬੀਜ਼ ਨੇ ਜਿਹੜੀਆਂ ਸਬਸਿਡੀਜ਼ ਤੇ ਕ੍ਰਾਸ ਸਬਸਿਡੀਜ਼ ਨੇ, ਉਹ ਦੁਨੀਆ ਭਰ ਦੇ ਵਿੱਚ ਚੱਲਦੀਆਂ ਨੇ। ਡਿਵੈਲਪਡ ਕੰਟਰੀ ਅਮਰੀਕਾ ਹੈ, ਵਰਲਡ ਪਾਵਰ ਹੈ, ਉਹਦੇ ਵਿੱਚ ਵੀ ਜਿਹੜੀਆਂ ਸਬਸਿਡੀਜ਼ ਨੇ ਤੇ ਕ੍ਰਾਸ ਸਬਸਿਡੀਜ਼ ਨੇ ਉਹ ਚੱਲਦੀਆਂ ਨੇ। ਪਰ ਭਾਈ ਸਾਹਿਬ ਇਹੋ ਜਿਹਾ ਹਾਲ ਪੰਜਾਬ ਦੇ ਵਿੱਚ ਕਿ ਜਿਹੜਾ ਹੁਣ ਇਹਨਾਂ ਨੇ ਲੋਲੀਪੌਪ ਵੰਡਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਮੁੜ ਕੇ ਆਉਣਾ ਤਾਂ ਹੈ ਨਹੀਂਗਾ। ਇੱਕ ਵਾਰ ਝੂਠ ਬੋਲ ਦੋ ਤੇ ਜੇ ਦੌਰ ਲੱਗ ਗਏ, ਜਿਵੇਂ ਪਿਛਲੀ ਵਾਰ ਵਾਂਗੂ ਪੈਰ ਥੱਲੇ ਬਟੇਰਾ ਆ ਗਿਆ ਤਾਂ ਠੀਕ ਹੈ, ਨਹੀਂ ਜਿਹੜਾ ਆਊਗਾ ਉਹ ਦੇਖੂਗਾ। 9200 ਕਰੋੜ ਤਾਂ ਦੀਆਂ ਫ੍ਰੀਬੀਜ਼ ਤਾਂ ਹਰ ਸਾਲ ਹੁਣ ਤੱਕ ਇਹ ਵੰਡ ਚੁੱਕੇ।
ਆ 2022 ਦੇ ਵਿੱਚ ਜੂਨ 2022 ਦੇ ਵਿੱਚ ਜਿਹੜਾ 14% GST ਦਾ ਕੰਪਨਸੇਸ਼ਨ ਜਦੋਂ GST ਲੱਗਿਆ ਸੀਗਾ, ਇੰਪਲੀਮੈਂਟ ਹੋਇਆ ਸੀਗਾ, ਤੇ ਉਸ ਸਮੇਂ 5 ਸਾਲ ਦਾ ਟਾਈਮ ਦਿੱਤਾ ਸੀਗਾ, ਵਿੰਡੋ ਦਿੱਤੀ ਸੀਗੀ ਸੈਂਟਰ ਸਰਕਾਰ ਨੇ ਕਿ ਜਿਹੜੀਆਂ ਕੰਜ਼ਿਊਮਿੰਗ ਸਟੇਟਸ ਨੇ ਉਹਨਾਂ ਨੂੰ 14% ਅਸੀਂ ਕੰਪਨਸੇਸ਼ਨ ਦੇਵਾਂਗੇ, ਤੇ ਉਹਦੇ ਤਹਿਤ ਤਕਰੀਬਨ 13 ਤੋਂ 15,000 ਕਰੋੜ ਰੁਪਏ ਜਿਹੜਾ ਹਰ ਸਾਲ ਉਹ ਪੰਜਾਬ ਨੂੰ ਕੰਪਨਸੇਸ਼ਨ ਦਾ ਆ ਜਾਂਦਾ ਸੀਗਾ। ਉਹ ਜਿਹੜਾ 5 ਸਾਲ ਦਾ ਪੀਰੀਅਡ ਸੀਗਾ ਉਹ ਹੁਣ ਜੂਨ 2022 ਦੇ ਵਿੱਚ ਪੂਰਾ ਹੋ ਰਿਹਾ ਹੈ। 15,000 ਤੁਹਾਡੇ ਕੋਲ ਉਹ ਉੱਡ ਜਾਣਾ ਹੈ। 9200 ਕਰੋੜ ਦੀਆਂ ਤੁਸੀਂ ਹੁਣ ਤੱਕ ਸਬਸਿਡੀਆਂ ਨੇ ਜਿਹੜੀਆਂ ਉਹ ਦੇ ਦਿੱਤੀਆਂ, ਹਜੇ ਹੋਰ ਪਤਾ ਨਹੀਂ ਕਿੰਨੀਆਂ ਕੁ ਦੇਣੀਆਂ ਨੇ, ਉਹ ਵੋਟਾਂ ਲੈਣ ਦੇ ਚੱਕਰ 'ਚ ਉਹ ਹਜੇ ਆਉਣ ਵਾਲਾ ਸਮਾਂ ਦੱਸੂਗਾ। ਤੇ ਖਜ਼ਾਨਾ ਆਲਰੇਡੀ 3 ਲੱਖ ਕਰੋੜ ਦਾ ਕਰਜ਼ਾਈ ਹੋ ਚੁੱਕਿਆ। 92% ਜਿਹੜਾ ਜਿੰਨਾ ਪੈਸਾ ਆਉਂਦਾ ਹੈ ਉਹ ਫਿਕਸਡ ਖਰਚਿਆਂ ਦੇ ਵਿੱਚ, ਜਿਹਦੇ 'ਚ ਤਨਖਾਹਾਂ, ਪੈਨਸ਼ਨਾਂ ਤੇ 3 ਲੱਖ ਕਰੋੜ ਦਾ ਵਿਆਜ ਹੈ, ਜਿਹੜਾ ਉਹਦਾ ਵਿਆਜ ਉਹਦੇ ਉੱਪਰ ਨਿਕਲ ਜਾਂਦਾ ਹੈ। ਪੰਜਾਬ ਡਿਵੈਲਪ ਕਿਵੇਂ ਕਰੂਗਾ? ਪੰਜਾਬ ਦੀ ਕਿਸਾਨੀ ਦੀ ਬਾਂਹ ਕਿਵੇਂ ਫੜੀ ਜਾਊਗੀ? ਪੰਜਾਬ ਦੇ ਹੈਲਥ ਔਰ ਐਜੂਕੇਸ਼ਨ ਸਿਸਟਮ ਨੂੰ ਤੁਸੀਂ ਦੁਬਾਰਾ ਲੀਹ ਤੇ ਕਿਵੇਂ ਚੜਾਓਗੇ? ਪੰਜਾਬ ਦੀ ਇੰਡਸਟਰੀ ਨੂੰ ਤੁਸੀਂ ਇਨਸੈਂਟਿਵ ਦੇ ਕੇ ਜੌਬ ਕ੍ਰੀਏਸ਼ਨ ਦਾ ਕੰਮ ਕਿਵੇਂ ਕਰੋਗੇ ਜੇ ਤੁਸੀਂ ਇਸ ਤਰੀਕੇ ਨਾਲ ਚੱਲ ਰਹੇ ਹੋ? ਇਸ ਪਾਸੇ ਕੋਈ ਸੋਚ ਹੀ ਨਹੀਂ ਰਿਹਾ। ਸਿਰਫ ਔਰ ਸਿਰਫ ਇੱਕ ਪਾਸੇ ਹੈ ਮਿਸ਼ਨ 2022, ਜਦ ਕਿ ਰਾਜਨੇਤਾ ਉਹ ਹੁੰਦਾ ਜੀ, ਲੀਡਰ ਉਹ ਹੁੰਦਾ, ਐਡਮਿਨਿਸਟ੍ਰੇਟਰ ਉਹ ਹੁੰਦਾ, ਸਟੇਟਸਮੈਨ ਉਹ ਹੁੰਦਾ ਜੋ ਇਹ ਸੋਚੇ ਕਿ ਮਿਸ਼ਨ 2052 ਮੇਰੇ ਪੰਜਾਬ ਦਾ ਕੀ ਹੋਊਗਾ, ਆਉਣ ਵਾਲੇ 30 ਸਾਲਾਂ ਦੇ ਵਿੱਚ ਮੈਂ ਪੰਜਾਬ ਨੂੰ ਕਿਹੜੇ ਪਾਸੇ ਲੈ ਕੇ ਜਾਣਾ ਹੈ। ਸੋਚ ਉਹ ਚਾਹੀਦੀ ਹੈ, ਤੇ ਇੱਥੇ 30 ਸਾਲਾਂ ਦੀ ਬਜਾਏ 3 ਮਹੀਨਿਆਂ ਦੀ ਸੋਚ ਰਹਿ ਗਈ। ਇਸ ਤੋਂ ਬਦਕਿਸਮਤੀ ਪੰਜਾਬ ਦੀ ਹੋਰ ਕੀ ਹੋਊਗੀ? ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ। ਮਿਹਰਬਾਨੀ ਜੀ, ਥੈਂਕ ਯੂ। ਇਸ ਦਾ ਨਾਮ ਅਰੋੜਾ ਜਿਨ੍ਹਾਂ ਨਾਲ ਗੱਲਬਾਤ ਕਰ ਰਹੇ ਸੀ। ਤੁਸੀਂ ਜੁੜੇ ਰਹੋ ਅੱਖਰ ਦੇ ਨਾਲ।